ਹੁਣ ਸੁਣੋ ਸਟੂਡੀਓ 7 ਐਕਸਕਲੂਸਿਵਲੀ ਔਨ ਸਪੋਟੀਫਾਈ। ਸਪੋਟੀਫਾਈ ਐਪ ਨੂੰ ਡਾਊਨਲੋਡ ਕਰੋ ਅਤੇ ਬੀ ਸੋਸ਼ਲ ਪੋਡਕਾਸਟ ਨੂੰ ਫੋਲੋ ਕਰੋ। ਬੀ ਸੋਸ਼ਲ ਪੋਡਕਾਸਟ 'ਤੇ ਤੁਹਾਡਾ ਸਵਾਗਤ ਹੈ। ਸਤਿ ਸ਼੍ਰੀ ਅਕਾਲ, ਮੈਂ ਗੁਰਦੀਪ ਗਰੇਵਾਲ। ਅੱਜ ਦੇ ਸਟੂਡੀਓ 7 ਵਿੱਚ ਤੁਸੀਂ ਸੁਣੋਗੇ ਮਨਜੀਤ ਸਿੰਘ ਰਾਜਪੁਰਾ ਦੀ ਆਵਾਜ਼ ਵਿੱਚ ਇੱਕ ਕਹਾਣੀ, ਰੇਲੂ ਰਾਮ। ਇਹ ਕਹਾਣੀ ਸੱਚੀਆਂ ਘਟਨਾਵਾਂ ਤੋਂ ਪ੍ਰੇਰਿਤ ਹੈ। ਅੱਜ ਦੇ ਸਮੇਂ 'ਚ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਲੋਕ ਸੋਚਦੇ ਨੇ ਕਿ ਜ਼ਮੀਨ ਜਾਇਦਾਦ ਪੈਸਾ ਹੀ ਸਭ ਕੁਝ ਹੁੰਦਾ ਹੈ ਅਤੇ ਇਹਦੇ ਲਈ ਬਹੁਤ ਸਾਰੇ ਬੰਦੇ ਆਪਣਾ ਸਭ ਕੁਝ ਦਾਅ 'ਤੇ ਲਾਉਣ ਵਾਸਤੇ ਤਿਆਰ ਰਹਿੰਦੇ ਨੇ। ਪਰ ਕੀ ਇਹ ਗੱਲ ਸੱਚੀ ਹੈ ਕਿ ਇਹ ਜ਼ਮੀਨ ਜਾਇਦਾਦ ਪੈਸਾ ਹੀ ਬੰਦੇ ਨੂੰ ਸ਼ਾਂਤੀ ਦਿੰਦਾ, ਤਸੱਲੀ ਦਿੰਦਾ ਹੈ? ਅਤੇ ਇਹਦੇ ਲਈ ਕਈ ਵਾਰ ਉਹ ਭੁੱਲ ਜਾਂਦੇ ਨੇ ਕਿ ਰਿਸ਼ਤੇ ਕੀ ਹੁੰਦੇ ਨੇ, ਮਨੁੱਖਤਾ ਦੀ ਮੁਹੱਬਤ ਕੀ ਹੁੰਦੀ ਹੈ। ਇਹੋ ਜਿਹੀ ਇੱਕ ਸੱਚੀ ਕਹਾਣੀ, ਘਟਨਾ ਕਹਿ ਲਓ ਉਸਨੂੰ, ਹਿਸਾਰ ਜ਼ਿਲ੍ਹੇ ਵਿੱਚ ਵਾਪਰੀ। ਉੱਥੇ ਰੇਲੂ ਰਾਮ ਨਾਂ ਦਾ ਇੱਕ ਬੰਦਾ ਸੀ, ਬੜਾ ਅਮੀਰ ਹੋਇਆ ਉਹ ਕਿਸੇ ਸਮੇਂ। 2001 ਦੇ ਵਿੱਚ ਹਿਸਾਰ ਦੇ ਵਿੱਚ ਸਭ ਤੋਂ ਵੱਧ ਜਿਹੜੇ ਅਮੀਰ ਅਤੇ ਰਈਸ ਬੰਦੇ ਸੀ, ਉਹਨਾਂ ਦੇ ਵਿੱਚ ਰੇਲੂ ਰਾਮ ਦਾ ਨਾਮ ਆਉਂਦਾ ਸੀ। ਰੇਲੂ ਰਾਮ ਦੀ ਜ਼ਿੰਦਗੀ ਦੀ ਕਹਾਣੀ ਬੜੀ ਦਿਲਚਸਪ ਹੈ। ਰੇਲੂ ਰਾਮ ਪਹਿਲਾਂ ਕਿਸੇ ਟਰੱਕ 'ਤੇ ਕੈਲੰਡਰ ਲੱਗਿਆ ਅਤੇ ਕੈਲੰਡਰ ਲੱਗਣ ਤੋਂ ਬਾਅਦ ਉਹ ਡਰਾਈਵਰ ਬਣ ਗਿਆ। ਫਿਰ ਉਸਨੇ ਆਪਣਾ ਟਰੱਕ ਪਾ ਲਿਆ। ਫਿਰ ਉਹ ਤੇਲ ਵੇਚਣ ਲੱਗ ਪਿਆ ਅਤੇ ਰੇਲੂ ਰਾਮ ਕੋਲ ਕਈ ਟਰੱਕ ਹੋ ਗਏ। ਜ਼ਮੀਨਾਂ ਜਾਇਦਾਦ ਦਾ ਕੋਈ ਅੰਤ ਨਾ ਰਿਹਾ, ਕਰੋੜਾਂ ਦੀ ਜਾਇਦਾਦ ਹੋ ਗਈ। ਅਤੇ ਰੇਲੂ ਰਾਮ ਫਿਰ 1996 ਦੇ ਵਿੱਚ ਉੱਥੋਂ MLA ਵੀ ਬਣਿਆ। ਸੋ ਰੇਲੂ ਰਾਮ ਦੀ ਚੜ੍ਹਾਈ ਇੰਨੀ ਹੋ ਗਈ ਕਿ ਉਹਨਾਂ ਦਿਨਾਂ 'ਚ ਮਸ਼ਹੂਰ ਸੀਗਾ ਜਦੋਂ ਉਹ MLA ਬਣਿਆ ਕਿ ਰੇਲੂ ਰਾਮ ਕੀ ਰੇਲ ਚਲੀ, ਬਿਨ ਪਾਣੀ ਬਿਨ ਤੇਲ ਚਲੀ। ਅਤੇ ਬਹੁਤ ਸਾਰੇ ਲੋਕ ਕਿਹਾ ਕਰਦੇ ਸੀ ਕਿ ਵੀ ਰੇਲੂ ਰਾਮ ਦੇ ਉੱਤੇ ਤਾਂ ਰੱਬ ਨੇ ਬੜੀ ਮਿਹਰ ਕੀਤੀ ਹੈ, ਕਮਾਲ ਹੀ ਹੋ ਗਈ ਹੈ ਵੀ ਟਰੱਕ ਦਾ ਕੈਲੰਡਰ ਅੱਜ ਅਰਬਾਂ ਦੀ ਜਾਇਦਾਦ ਦਾ ਮਾਲਕ ਹੈ। ਪਰ ਵਕਤ ਜਿਹੜਾ ਹੈ, ਕਹਿੰਦੇ ਪਤਾ ਨਹੀਂ ਕਦੋਂ ਕਿਸੇ ਨੂੰ ਕਿਵੇਂ ਡੰਗ ਜਾਵੇ। ਰੇਲੂ ਰਾਮ ਦੇ 2 ਵਿਆਹ ਹੋਏ ਸੀ। ਪਹਿਲੀ ਉਹਦੀ ਘਰਵਾਲੀ ਜਿਹੜੀ ਓਮੀ ਦੇਵੀ ਸੀ, ਉਸ ਤੋਂ ਇੱਕ ਮੁੰਡਾ ਹੋਇਆ ਸੁਨੀਲ। ਅਤੇ ਦੂਸਰੀ ਉਹਦੀ ਘਰਵਾਲੀ ਕ੍ਰਿਸ਼ਨਾ ਦੇਵੀ ਸੀ, ਜਿਹੜੀ ਉਹਦੀ 2 ਕੁੜੀਆਂ ਸੋਨੀਆ ਅਤੇ ਪ੍ਰਿੰਕਾ, ਜਿਹਨੂੰ ਪੰਮੀ ਵੀ ਕਹਿੰਦੇ ਸੀ, ਉਹ ਹੋਈਆਂ। ਅੱਗੇ ਜਾ ਕੇ ਸੁਨੀਲ ਦਾ ਵਿਆਹ ਹੋ ਗਿਆ ਸ਼ਕੁੰਤਲਾ ਦੇ ਨਾਲ ਅਤੇ ਉਸਦੇ 3 ਬੱਚੇ ਹੋਏ। ਮਤਲਬ ਕਿ ਵੱਡਾ ਪੂਰਾ ਪਰਿਵਾਰ ਰੇਲੂ ਰਾਮ ਦਾ। ਜਦੋਂ ਸਾਰਾ ਕੁਝ ਬੜਾ ਹੀ ਕਮਾਲ ਦੇ ਢੰਗ ਨਾਲ ਚੱਲ ਰਿਹਾ ਸੀ ਤਾਂ ਇਸ ਕਹਾਣੀ ਦੇ ਵਿੱਚ ਇੱਕ ਵੱਡਾ ਮੋੜ ਆਉਣਾ ਸ਼ੁਰੂ ਹੋ ਗਿਆ। ਰੇਲੂ ਰਾਮ ਦੀ ਜਿਹੜੀ ਵੱਡੀ ਕੁੜੀ ਸੀ, ਉਹ ਤਾਇਕਵਾਂਡੋ ਦੀ ਜਿਹੜੇ ਹੈਗਾ ਪ੍ਰੈਕਟਿਸ ਕਰਿਆ ਕਰਦੀ ਸੀ, ਖੇਡਿਆ ਕਰਦੀ ਸੀ। ਇਸ ਦੌਰਾਨ ਖੇਡਦਿਆਂ ਉਸਦੀ ਮੁਲਾਕਾਤ ਸੰਜੀਵ ਕੁਮਾਰ ਦੇ ਨਾਲ ਹੋਈ। ਉਹ ਆਪ ਵੀ ਜੂਡੋ ਦਾ ਬਹੁਤ ਵਧੀਆ ਖਿਡਾਰੀ ਸੀ। ਦੋਨਾਂ ਨੇ ਫਿਰ ਦੋਸਤੀ ਕਰਨ ਤੋਂ ਬਾਅਦ ਵਿਆਹ ਕਰਵਾ ਲਿਆ। ਕਿੱਥੇ ਸੋਨੀਆ, ਜਿਹੜੀ ਕਿ ਹਿਸਾਰ ਦੇ ਇੱਕ ਸਭ ਤੋਂ ਵੱਡੇ ਅਮੀਰ ਬੰਦੇ ਦੀ ਧੀ, ਅਤੇ ਕਿੱਥੇ ਜਿਹੜਾ ਹੈਗਾ ਇੱਕ ਆਮ ਦਰਮਿਆਨੇ ਪਰਿਵਾਰ ਤੋਂ ਸੰਜੀਵ। ਪਰ ਖੈਰ ਕਈ ਵਾਰ ਬੰਦੇ ਨੂੰ ਬੜਾ ਕੁਛ ਬਰਦਾਸ਼ਤ ਕਰਨਾ ਪੈਂਦਾ, ਅੱਕ ਚੱਪਣਾ ਪੈਂਦਾ। ਉੱਧਰ ਸੰਜੀਵ ਸੀ ਜਿਹੜਾ, ਉਹਨੇ ਕਾਫੀ ਹੱਥ ਵੈਰ ਮਾਰੇ ਪਰ ਨੌਕਰੀ ਉਸਨੂੰ ਕਿਤੇ ਮਿਲੀ ਨਾ, ਅਤੇ ਉਹ ਕੰਮ ਦੀ ਜਿਹੜਾ ਹੈਗਾ ਭਾਲ ਕਰਨ ਲੱਗ ਪਿਆ। ਭਾਵੇਂ ਉਸਦੇ ਸਹੁਰੇ ਦੀ ਬੜੀ ਚੱਲਦੀ ਸੀ ਪਰ ਉਸਦਾ ਕੰਮ ਕਿਤੇ ਲੋਟ ਨਾ ਆਇਆ। ਇਸੇ ਕਰਕੇ ਸੋਨੀਆ ਨੇ ਆਪਣੇ ਬਾਪੂ ਨੂੰ ਕਿਹਾ ਕਿ ਜਿਹੜਾ ਫਾਰਮ ਹਾਊਸ 25 ਕਿੱਲਿਆਂ ਦੇ ਵਿੱਚ ਉਹਦਾ ਆਪਣਾ ਰੇਲੂ ਰਾਮ ਦਾ ਫਾਰਮ ਹਾਊਸ ਸੀ, ਕਿ ਉਹ ਵੇਚ ਦੇਵੇ, ਜਿਸ ਨਾਲ ਸੰਜੀਵ ਜਿਹੜਾ ਹੈਗਾ ਉਹਦਾ ਘਰ ਵਾਲਾ ਕੋਈ ਕੰਮ ਧੰਦਾ ਚਲਾ ਸਕੇ। ਇਹ ਗੱਲ ਸੁਣ ਕੇ ਸੋਨੀਆ ਦਾ ਜਿਹੜਾ
ਮਤਰੇਆ ਭਰਾ ਸੀ ਸੁਨੀਲ, ਉਹ ਬਹੁਤ ਜ਼ਿਆਦਾ ਗੁੱਸੇ ਦੇ ਵਿੱਚ ਆ ਗਿਆ ਅਤੇ ਉਹ ਲੜਨ ਵਾਸਤੇ ਸੋਨੀਆ ਦੇ ਘਰ ਪਹੁੰਚ ਗਿਆ। ਇੱਥੋਂ ਤੱਕ ਉਹਨਾਂ ਦੇ ਵਿੱਚ ਖਿੱਚੋਤਾਣ ਹੋਈ ਕਿ ਸੋਨੀਆ ਨੇ ਆਪਣੇ ਘਰ ਵਾਲੇ ਦਾ ਪਿਸਤੌਲ ਕੱਢ ਲਿਆ ਸੁਨੀਲ ਨੂੰ ਮਾਰਨ ਵਾਸਤੇ। ਪਰ ਉਸ ਦਿਨ ਸ਼ੁਕਰ ਕਹੋ ਰੱਬ ਦਾ, ਕਿਸੇ ਤਰ੍ਹਾਂ ਬਚਾਅ ਹੋ ਗਿਆ। ਖੈਰ, ਇਸ ਲੜਾਈ ਕਹਿ ਲਓ, ਟਕਰਾਅ ਤੋਂ ਬਾਅਦ ਸੁਨੀਲ ਵਾਪਸ ਆਪਣੇ ਘਰ ਚਲਿਆ ਗਿਆ। ਉਧਰ ਸੋਨੀਆ ਨੂੰ ਲੱਗਿਆ ਕਿ ਇੱਦਾਂ ਗੱਲ ਨਹੀਂ ਬਣਨੀ, ਕਿਉਂਕਿ ਉਸ ਦੇ ਦਿਮਾਗ ਦੇ ਵਿੱਚ ਆ ਗਿਆ ਸੀ ਕਿ ਜੇਕਰ ਉਸਨੂੰ ਇਹ ਜ਼ਮੀਨ ਜਾਇਦਾਦ ਹਾਸਲ ਕਰਨੀ ਹੈ ਤਾਂ ਇਹ ਆਪਣੇ ਰਾਹ ਦੇ ਸਾਰੇ ਰੋੜੇ ਹਟਾਉਣੇ ਪੈਣਗੇ। ਉਸਨੇ ਫਿਰ ਆਪਣੇ ਦਿਮਾਗ 'ਚੋਂ ਕਹਾਣੀ ਬੁਣ ਲਈ ਜਿਸ ਦਾ ਰਾਹ ਤਬਾਹੀ ਵੱਲ ਜਾਂਦਾ ਸੀ। ਉਸਨੇ ਸੋਚਿਆ ਕਿ ਉਹਨਾਂ ਸਾਰੇ ਪਰਿਵਾਰ ਨੂੰ ਹੀ ਖਤਮ ਕਰ ਦਿੱਤਾ ਜਾਵੇ। ਉਸਨੇ ਇਹੀ ਗੱਲ ਆਪਣੇ ਘਰ ਵਾਲੇ ਸੰਜੀਵ ਨੂੰ ਦੱਸੀ ਅਤੇ ਉਹ ਵੀ ਇਹ ਸਾਰਾ ਕੁਛ ਕਰਨ ਵਾਸਤੇ ਤਿਆਰ ਹੋ ਗਿਆ। ਉਸ ਵਾਕੇ ਨੂੰ ਅੰਜਾਮ ਦੇਣ ਲਈ ਉਹਨਾਂ ਨੇ 23 ਅਗਸਤ ਦਾ ਦਿਨ ਚੁਣਿਆ, ਕਿਉਂਕਿ ਉਸ ਦਿਨ ਸੋਨੀਆ ਦੀ ਭੈਣ ਪੰਮੀ ਦਾ ਜਨਮ ਦਿਨ ਸੀ। ਇਹ ਸੀਗਾ ਸਾਲ 2001। ਦੋਵਾਂ ਨੂੰ ਲੱਗਿਆ ਕਿ ਇਸ ਤੋਂ ਵਧੀਆ ਮੌਕਾ ਸ਼ਾਇਦ ਨਹੀਂ ਮਿਲੇਗਾ। ਉਹਨਾਂ ਨੇ ਰੇਲੂ ਰਾਮ ਨੂੰ ਦੱਸੇ ਬਿਨਾਂ ਇੱਕ ਪਾਰਟੀ ਦਾ ਇੰਤਜ਼ਾਮ ਕੀਤਾ। ਪੰਮੀ ਸਕੂਲ ਦੇ ਹੋਸਟਲ 'ਚ ਰਹਿੰਦੀ ਸੀ। ਸੋਨੀਆ ਹੋਸਟਲ ਗਈ ਅਤੇ ਉਸਨੂੰ ਫਾਰਮ ਹਾਊਸ ਲੈ ਆਈ। ਰਾਤ ਨੂੰ ਬਹੁਤ ਜਸ਼ਨ ਮਨਾਏ ਗਏ। ਦੇਰ ਰਾਤ ਨੂੰ ਜਦੋਂ ਖਾਣਾ ਖਾ ਲਿਆ ਗਿਆ ਤਾਂ ਸੋਨੀਆ ਦੀ ਫਰਮਾਇਸ਼ 'ਤੇ ਖੀਰ ਬਣਾਈ ਗਈ। ਖੀਰ ਖਾਣ ਤੋਂ ਬਾਅਦ ਜਿਹੜਾ ਹੈਗਾ ਸਾਰੇ ਸੌਣ ਵਾਸਤੇ ਚਲੇ ਗਏ, ਪਰ ਉਹਨਾਂ ਨੂੰ ਪਤਾ ਨਹੀਂ ਸੀ ਕਿ ਸੋਨੀਆ ਨੇ ਖੀਰ ਦੇ ਵਿੱਚ ਅਫੀਮ ਮਿਲਾਈ ਹੋਈ ਸੀ, ਜਿਸ ਨਾਲ ਲਗਭਗ ਸਾਰੇ ਬੇਹੋਸ਼ ਹੋ ਗਏ। ਸੋਨੀਆ ਨੇ ਇਸ ਮੌਕੇ ਸੰਜੀਵ ਨੂੰ ਕਿਹਾ ਕਿ ਇਹੀ ਮੌਕਾ ਹੈ ਕਿ ਉਹ ਆਪਣੀ ਰਿਵਾਲਵਰ ਲੈ ਕੇ ਆਵੇ। ਸੰਜੀਵ ਕਹਿੰਦਾ ਕਿ ਘਰ ਦੇ ਵਿੱਚ ਕੁੱਲ 8 ਬੰਦੇ ਨੇ ਅਤੇ ਰਿਵਾਲਵਰ ਦੇ ਵਿੱਚ ਸਿਰਫ 6 ਗੋਲੀਆਂ ਨੇ। ਇਸ ਤੋਂ ਬਾਅਦ ਸੋਨੀਆ ਗਰਾਜ 'ਚ ਗਈ ਅਤੇ ਲੋਹੇ ਦੀ ਕਰਾੜ ਚੱਕ ਲਿਆਈ। ਉੱਥੋਂ ਹੀ ਫਿਰ ਸਭ ਤੋਂ ਵੱਧ ਖੂਨੀ ਮੰਜ਼ਰ ਸੀ ਜਿਹੜਾ, ਜਿਸ ਦੇ ਨਕਸ਼ ਉਹਨਾਂ ਨੇ ਆਪਣੇ ਦਿਮਾਗ 'ਚ ਬੁਣੇ ਹੋਏ ਸੀ, ਉਸ ਦਾ ਮੁੱਢ ਬੰਨ੍ਹਿਆ ਗਿਆ। ਸਭ ਤੋਂ ਪਹਿਲਾਂ ਦੋਵੇਂ ਰੇਲੂ ਰਾਮ ਦੇ ਕਮਰੇ 'ਚ ਗਏ। ਸੋਨੀਆ ਨੇ ਸੰਜੀਵ ਨੂੰ ਲੋਹੇ ਦੀ ਰਾੜ ਫੜਾਈ ਅਤੇ ਆਪਣੇ ਪਿਓ ਦੇ ਸਿਰ 'ਤੇ ਵਾਰ ਕਰਨ ਨੂੰ ਕਿਹਾ। ਸੰਜੀਵ ਨੇ 2 ਰਾੜਾਂ ਮਾਰੀਆਂ ਅਤੇ ਰੇਲੂ ਰਾਮ ਨੂੰ ਖਤਮ ਕਰ ਦਿੱਤਾ। ਪਿਤਾ ਤੋਂ ਬਾਅਦ ਮਾਂ ਨਾਲ ਵਾਲੇ ਕਮਰੇ ਸੀ, ਉੱਥੇ ਵੀ ਫਿਰ ਇਹੀ ਬਿਰਤਾਂਤ ਦੁਹਰਾਇਆ ਗਿਆ। ਪਰ ਜਦੋਂ ਕ੍ਰਿਸ਼ਨਾ ਦੇਵੀ ਰੇਲੂ ਰਾਮ ਦੀ ਘਰਵਾਲੀ ਦੇ ਸਿਰ 'ਤੇ ਰਾੜ ਮਾਰੀ ਗਈ ਤਾਂ ਉਹ ਰਾੜ ਫਿਸਲ ਕੇ ਉਹਦੇ ਨਾਲ ਸੋ ਰਹੀ ਸ਼ਿਵਾਨੀ ਨੂੰ ਲੱਗ ਗਈ। 2 ਸਾਲ ਦੀ ਉਹ ਕੁੜੀ ਉੱਠ ਕੇ ਰੋਣ ਲੱਗ ਗਈ। ਇਸ ਡਰ ਤੋਂ ਕਿ ਉਸ ਦੀ ਆਵਾਜ਼ ਸੁਣ ਕੇ ਕੋਈ ਜਾਗ ਨਾ ਜਾਵੇ, ਸੰਜੀਵ ਨੇ ਉਸ ਦੇ ਸਿਰ 'ਤੇ ਵੀ ਰਾੜ ਮਾਰੀ। ਇਸ ਤੋਂ ਬਾਅਦ ਦੋਵੇਂ ਸੁਨੀਲ ਦੇ ਕਮਰੇ 'ਚ ਗਏ। ਸੁਨੀਲ ਕੱਦ-ਕਾਠੀ ਚੰਗਾ ਸੀਗਾ, ਤਕੜਾ ਜਵਾਨ ਸੀ, ਇਸ ਲਈ ਪਹਿਲਾਂ ਦੋਵਾਂ ਨੇ ਉਸ ਦੇ ਹੱਥ ਪੈਰ ਬੰਨ੍ਹੇ ਅਤੇ ਫਿਰ ਉਸ ਦੇ ਸਿਰ 'ਤੇ ਵੀ ਰਾੜ ਮਾਰੀ। ਇਸੇ ਤਰ੍ਹਾਂ ਸੁਨੀਲ ਦੀ ਘਰਵਾਲੀ ਸ਼ਕੁੰਤਲਾ, ਉਸ ਦੀ ਛੋਟੀ ਭੈਣ ਪੰਮੀ ਨੂੰ ਵੀ ਇਸ ਤਰ੍ਹਾਂ ਹੀ ਖਤਮ ਕਰ ਦਿੱਤਾ ਗਿਆ। ਹੱਦ ਤਾਂ ਹੱਦ ਕਿ 4 ਸਾਲ ਦੀ ਉਮਰ ਦੇ ਲੋਕੇਸ਼ ਅਤੇ 45 ਦਿਨ ਦੀ ਬੱਚੀ ਪ੍ਰੀਤੀ ਨੂੰ ਵੀ ਨਹੀਂ ਛੱਡਿਆ ਗਿਆ। ਇਹ ਸਾਰਾ ਕੁਛ ਕਰਨ ਤੋਂ ਬਾਅਦ ਸੋਨੀਆ ਨੇ ਚਲਾਕੀ ਕੀਤੀ। ਉਸਨੇ ਸੰਜੀਵ ਨੂੰ ਕਿਹਾ ਕਿ ਉਸਦੇ ਵੀ ਰਾੜ ਮਾਰੇ ਤਾਂ ਜੋ ਕਿਸੇ ਨੂੰ ਸ਼ੱਕ ਨਾ ਹੋਵੇ। ਇਸ ਤੋਂ ਬਾਅਦ ਉਸਨੇ ਸੰਜੀਵ ਨੂੰ ਕਾਰ 'ਚ ਬਿਠਾਇਆ ਤਾਂ ਕਿਸੇ ਹੋਰ ਜਗ੍ਹਾ ਛੱਡ ਆਈ। ਉੱਥੋਂ ਵਾਪਸ ਆ ਕੇ ਉਸਨੇ ਫੇਰ ਪਟਾਕੇ ਚਲਾਏ, ਆਤਿਸ਼ਬਾਜ਼ੀ ਚਲਾਈ ਤਾਂ ਜੋ ਲੋਕਾਂ ਨੂੰ ਲੱਗੇ ਕਿ ਅਜੇ ਵੀ ਜਸ਼ਨ ਚੱਲ ਰਿਹਾ ਹੈ। ਜਦੋਂ ਉੱਥੇ ਮੌਕੇ 'ਤੇ ਪੁਲਿਸ ਪਹੁੰਚੀ ਤਾਂ ਸੋਨੀਆ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ। ਸ਼ੱਕ ਦੀ ਸੂਈ ਸੋਨੀਆ ਵੱਲ ਗਈ ਤਾਂ ਸਖਤੀ ਨਾਲ ਪੁੱਛ ਪੜਤਾਲ ਕਰਨ 'ਤੇ
ਉਸਨੇ ਸਾਰਾ ਕੁਝ ਦੱਸ ਦਿੱਤਾ। ਸੈਸ਼ਨ ਕੋਰਟ ਵਿੱਚ ਕੇਸ ਜਾਣ 'ਤੇ ਸੋਨੀਆ ਅਤੇ ਸੰਜੀਵ ਨੂੰ ਫਾਂਸੀ ਦੀ ਸਜ਼ਾ ਹੋਈ। ਮਾਮਲਾ ਹਾਈ ਕੋਰਟ ਪਹੁੰਚਿਆ। ਹਾਈ ਕੋਰਟ ਨੇ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਬਦਲ ਦਿੱਤਾ। ਉਸ ਤੋਂ ਬਾਅਦ ਰੇਲੂ ਰਾਮ ਦੇ ਭਰਾਵਾਂ ਨੇ ਸੁਪਰੀਮ ਕੋਰਟ ਦੇ ਵਿੱਚ ਕੇਸ ਦਾਇਰ ਕੀਤਾ। ਸੁਪਰੀਮ ਕੋਰਟ ਨੇ ਫਿਰ ਫਾਂਸੀ ਦੀ ਸਜ਼ਾ ਬਹਾਲ ਰੱਖੀ। ਉਸ ਤੋਂ ਬਾਅਦ ਉਹਨਾਂ ਨੇ ਰਾਸ਼ਟਰਪਤੀ ਕੋਲ ਰਹਿਮ ਦੀ ਅਪੀਲ ਪਾਈ, ਪਰ ਉਹ ਵੀ ਰੱਦ ਹੋ ਗਈ। ਇਸ ਕਹਾਣੀ ਦੇ ਵਿੱਚ ਇੱਕ ਹੋਰ ਮੋੜ ਉਦੋਂ ਆਇਆ ਜਦੋਂ 2018 'ਚ ਸੰਜੀਵ ਨੇ ਫਰਜ਼ੀ ਕਾਗਜ਼ਾਂ ਦੇ ਸਿਰ 'ਤੇ ਪੈਰੋਲ ਹਾਸਲ ਕਰ ਲਈ। ਉਸ ਨੂੰ 15 ਦਿਨਾਂ ਦੀ ਪੈਰੋਲ ਮਿਲੀ ਸੀ, ਪਰ ਉਹ ਫਰਾਰ ਹੋ ਗਿਆ। ਉਸ ਤੋਂ ਬਾਅਦ ਸੋਨੀਆ ਨੇ ਜੇਲ੍ਹ 'ਚ ਫਾਂਸੀ ਲਗਾ ਕੇ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ, ਪਰ ਜੇਲ੍ਹ ਵਾਰਡਰਾਂ ਨੇ ਮੌਕੇ 'ਤੇ ਪਹੁੰਚ ਕੇ ਉਸ ਨੂੰ ਬਚਾ ਲਿਆ। ਫਰਾਰ ਹੋਣ ਤੋਂ ਬਾਅਦ ਸੰਜੀਵ ਗੁਜਰਾਤ ਦੇ ਇੱਕ ਆਸ਼ਰਮ 'ਚ ਸਾਧੂ ਬਣ ਕੇ ਰਹਿ ਰਿਹਾ ਸੀ। ਫਰਵਰੀ 2021 'ਚ ਉਸ ਨੂੰ ਮੇਰਠ ਵਿੱਚ ਗ੍ਰਿਫਤਾਰ ਕਰ ਲਿਆ ਗਿਆ। ਇਸ ਕਹਾਣੀ ਦਾ ਤੱਤਸਾਰ ਦੇਖੋ ਕਿੱਡਾ ਕਮਾਲ ਹੈ ਕਿ ਰੇਲੂ ਰਾਮ ਨੇ 1 ਨੰਬਰ ਤੇ ਬਹੁਤੇ 2 ਨੰਬਰ ਦੇ ਪੈਸਿਆਂ ਨਾਲ ਜਿਹੜਾ ਸਾਰਾ ਕੁਝ ਬਣਾਇਆ ਸੀ, ਉਹੀ ਉਸਦੀ ਜਾਨ ਦਾ ਖੌਅ ਬਣ ਗਿਆ ਅਤੇ ਉਸਨੂੰ ਆਪਣੇ ਪਰਿਵਾਰ ਸਮੇਤ ਆਪਣੀ ਜਾਨ ਗਵਾਉਣੀ ਪਈ। ਅਤੇ ਉੱਧਰ ਉਸਦੇ ਕੁੜੀ ਜਵਾਈ ਨੂੰ ਵੀ ਉਸੇ ਜ਼ਮੀਨ ਜਾਇਦਾਦ ਹਥਿਆਉਣ ਦੇ ਚੱਕਰ 'ਚ ਆਪਣੀ ਜਾਨ ਖਤਰੇ 'ਚ ਪਾਉਣੀ ਪਈ ਅਤੇ ਹੁਣ ਫਾਂਸੀ ਜਿਹੜਾ ਹੈਗਾ ਉਹਨਾਂ ਦਾ ਰਾਹ ਉਡੀਕ ਰਹੀ ਹੈ। ਸੋ ਅੱਜ ਦੇ ਸਮੇਂ 'ਚ ਇਹੋ ਜਿਹੀਆਂ ਤਰਾਸਦੀਆਂ, ਇਹੋ ਜਿਹੀਆਂ ਕਹਾਣੀਆਂ ਪਤਾ ਨਹੀਂ ਕਿੰਨੀਆਂ ਨੇ, ਜਿੱਥੇ ਸਿਰਫ ਜ਼ਮੀਨ ਜਾਇਦਾਦਾਂ ਇਹ ਲੋਕ ਆਪਣੇ ਨੂੰ ਹੀ ਖਤਮ ਕਰ ਦਿੰਦੇ ਨੇ ਅਤੇ ਆਪ ਹੀ ਹੋ ਜਾਂਦੇ ਨੇ। ਬਸ ਸ਼ਾਇਦ ਅੱਜ ਦਾ ਸੱਚ, ਸਭ ਤੋਂ ਵੱਡਾ ਸੱਚ ਇਹੀ ਹੈ ਕਿ ਜਿਨ੍ਹਾਂ ਲਈ ਜਾਨ ਦੀਆਂ ਬਾਜ਼ੀਆਂ ਲਾਈਆਂ, ਬਾਜ਼ੀਆਂ ਲਾ ਕੇ ਹਾਸਲ ਕੀਤਾ ਗਿਆ ਸਾਰਾ ਕੁਛ, ਉਹੀ ਜਾਨ ਲੈ ਬੈਠਿਆ।